ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਅਸੀਂ +1 ਜਮਾਤ ਦਾ ਲੈਵਲ 3 ਦਾ ਭਾਰਤ ਵਿੱਚ ਗਾਵਾਂ ਦੀਆਂ ਪਾਈਆਂ ਜਾਣ ਵਾਲੀਆਂ ਵੱਖ-ਵੱਖ ਨਸਲਾਂ ਬਾਰੇ ਪੜ੍ਹਾਂਗੇ। ਭਾਰਤ ਵਿੱਚ ਗਾਵਾਂ ਦੀਆਂ ਜੋ ਵੱਖ-ਵੱਖ ਨਸਲਾਂ ਪਾਈਆਂ ਜਾਂਦੀਆਂ ਹਨ ਉਹ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ, ਭਾਰਤੀ ਨਸਲਾਂ ਅਤੇ ਵਿਦੇਸ਼ੀ ਨਸਲਾਂ। ਅਸੀਂ ਪਹਿਲਾਂ ਭਾਰਤੀ ਨਸਲਾਂ ਬਾਰੇ ਪੜ੍ਹਾਂਗੇ। ਗਿਰ, ਇਹ ਨਸਲ ਗੁਜਰਾਤ ਦੇ ਕਾਠੀਆਵਾੜ ਅਤੇ ਸੂਰਤੀ ਜ਼ਿਲ੍ਹੇ ਵਿੱਚ ਪਾਈ ਜਾਂਦੀ ਹੈ। ਇਸ ਦਾ ਰੰਗ ਲਾਲ ਵੀ ਹੋ ਸਕਦਾ ਹੈ, ਕਾਲਾ, ਅਤੇ ਸਰੀਰ ਉੱਪਰ ਚਿੱਟੇ ਚਟਾਕ ਹੁੰਦੇ ਹਨ। ਇਸ ਦੀ ਜਿਵੇਂ ਗਰਦਨ ਥੱਲੇ ਭਾਰੀ ਝਾਲਰ, ਢੱਠ ਵੱਡੀ, ਲੱਤਾਂ ਛੋਟੀਆਂ, ਪਤਲੀਆਂ ਅਤੇ ਚੌੜੀਆਂ ਹੁੰਦੀਆਂ ਹਨ। ਇਸ ਦੀ ਪਹਿਲੇ ਸੂਏ ਸਮੇਂ ਉਮਰ 46 ਮਹੀਨੇ ਹੁੰਦੀ ਹੈ। ਇਸ ਦਾ ਇੱਕ ਸੂਏ ਦਾ ਔਸਤਨ ਦੁੱਧ 2110 ਲੀਟਰ ਅਤੇ ਦੁੱਧ ਵਿੱਚ 4.6% ਫੈਟ ਹੁੰਦੀ ਹੈ। ਇਹ ਜਿਵੇਂ ਕਿ ਤੁਸੀਂ ਪਿਕਚਰ ਵਿੱਚ ਦੇਖ ਸਕਦੇ ਹੋ ਕਿ ਇਸ ਦਾ ਰੰਗ ਲਾਲ ਹੈ, ਚਿੱਟੇ ਰੰਗ ਦੇ ਚਟਾਕ ਹਨ। ਇਸ ਦਾ ਰੰਗ ਚਿੱਟਾ ਵੀ ਹੋ ਸਕਦਾ ਹੈ ਅਤੇ ਉਸ ਉੱਪਰ ਲਾਲ ਰੰਗ ਦੇ ਚਟਾਕ ਹੁੰਦੇ ਹਨ। ਪਰ ਇਸ ਦੀ ਜੋ ਮੇਨ ਨਿਸ਼ਾਨੀ ਹੈ ਉਹ ਗਰਦਨ ਦੇ ਥੱਲੇ ਭਾਰੀ ਝਾਲਰ, ਲੱਤਾਂ ਛੋਟੀਆਂ ਅਤੇ ਪਤਲੀਆਂ ਅਤੇ ਢੱਠ ਵੱਡੀ ਹੁੰਦੀ ਹੈ। ਜਾਂਦੀ ਹੈ। ਇਸ ਤੋਂ ਅੱਗੇ ਨਸਲ ਹੈ ਹਰਿਆਣਾ। ਇਹ ਨਸਲ ਹਰਿਆਣਾ ਸਟੇਟ, ਪੱਛਮੀ ਯੂਪੀ ਅਤੇ ਪੂਰਬੀ ਰਾਜਸਥਾਨ ਵਿੱਚ ਪਾਈ ਜਾਂਦੀ ਹੈ। ਇਸ ਨਸਲ ਦਾ ਮੂੰਹ ਤਿੱਖਾ ਅਤੇ ਲੰਬਾ ਹੁੰਦਾ ਹੈ। ਇਸ ਨਸਲ ਦੇ ਸਿੰਗਾਂ ਵਿਚਕਾਰ ਤੁਸੀਂ ਦੇਖ ਸਕਦੇ ਹੋ ਕਿ ਥਾਂ ਪੋਲਾ ਹੁੰਦਾ ਹੈ। ਇਸ ਦੇ ਸਿੰਗ ਛੋਟੇ ਅਤੇ ਮੁੜੇ ਹੋਏ ਹੁੰਦੇ ਹਨ। ਇਸ ਦੇ ਸਿੰਗ ਜ਼ਿਆਦਾ ਲੰਬੇ ਨਹੀਂ ਹੁੰਦੇ, ਇਸ ਦੇ ਸਿੰਗ ਛੋਟੇ ਹੁੰਦੇ ਹਨ। ਇਸ ਦੇ ਕੰਨ ਤਿੱਖੇ ਅਤੇ ਆਕਾਰ ਵਿੱਚ ਛੋਟੇ ਹੁੰਦੇ ਹਨ। ਇਸ ਦੀ ਗਰਦਨ ਹੇਠ ਛੋਟੀ ਝਾਲਰ ਅਤੇ ਲੇਵਾ ਚੰਗੀ ਦਿੱਖ ਵਾਲਾ ਹੁੰਦਾ ਹੈ। ਇਸ ਨਸਲ ਦੇ ਬਲਦ ਖੇਤੀਬਾੜੀ ਦੇ ਕੰਮਾਂ ਤੇ ਢੋਅ ਢੁਆਈ ਲਈ ਵਰਤੇ ਜਾਂਦੇ ਹਨ। ਪਹਿਲੇ ਸੂਏ ਸਮੇਂ ਇਸ ਦੀ ਉਮਰ ਲਗਭਗ 51 ਮਹੀਨੇ ਹੁੰਦੀ ਹੈ, ਮਤਲਬ ਕਿ 4 ਸਾਲ ਅਤੇ 3 ਮਹੀਨੇ ਪਹਿਲੇ ਸੂਏ ਸਮੇਂ ਇਸ ਦੀ ਉਮਰ ਹੁੰਦੀ ਹੈ। ਇਸ ਦਾ ਇੱਕ ਸੂਏ ਦਾ ਔਸਤਨ ਦੁੱਧ 997 ਲੀਟਰ ਅਤੇ ਦੁੱਧ ਵਿੱਚ 4.5% ਫੈਟ ਹੁੰਦੀ ਹੈ। ਇਹ ਗਾਂ ਜ਼ਿਆਦਾ ਦੁੱਧ ਨਹੀਂ ਦਿੰਦੀ, ਪਰ ਇਸ ਨੂੰ ਇਸ ਲਈ ਜ਼ਿਆਦਾਤਰ ਰੱਖਿਆ ਜਾਂਦਾ ਹੈ ਕਿਉਂਕਿ ਇਸ ਦੇ ਬੱਚੇ ਜੋ ਵੱਡੇ ਹੋ ਕੇ ਬਲਦ ਬਣਦੇ ਹਨ ਉਹ ਖੇਤੀਬਾੜੀ ਦੇ ਕੰਮਾਂ ਵਿੱਚ ਢੋਆ ਢੁਆਈ ਲਈ ਵਰਤੇ ਜਾਂਦੇ ਹਨ। ਖੇਤੀਬਾੜੀ ਦੇ ਕੰਮਾਂ ਲਈ ਇਸ ਦੇ ਬਲਦ ਚੰਗੀ ਨਸਲ ਦੇ ਅਤੇ ਤਾਕਤਵਰ ਹੁੰਦੇ ਹਨ। ਇਸ ਦਾ ਰੰਗ ਜ਼ਿਆਦਾਤਰ ਸਫੈਦ ਹੀ ਹੁੰਦਾ ਹੈ। ਇਸ ਤੋਂ ਅੱਗੇ ਨਸਲ ਆ ਜਾਂਦੀ ਹੈ ਸਾਹੀਵਾਲ। ਇਸ ਦਾ ਮੂਲ ਸਥਾਨ ਪਾਕਿਸਤਾਨ ਦਾ ਮਿਟਗੁਮਰੀ ਜ਼ਿਲ੍ਹਾ ਹੈ। ਪਾਕਿਸਤਾਨ ਦੇ ਮਿਟਗੁਮਰੀ ਜ਼ਿਲ੍ਹੇ ਤੋਂ ਇਹ ਬਾਕੀ ਦੇਸ਼ ਦੇ ਹਿੱਸਿਆਂ ਵਿੱਚ ਫੈਲੀ। ਇਸ ਦਾ ਰੰਗ ਲਾਲ ਭੂਰਾ ਅਤੇ ਸਫੈਦ ਹੁੰਦਾ ਹੈ। ਇਹ ਸਫੈਦ ਰੰਗ ਦੀ ਵੀ ਹੋ ਸਕਦੀ ਹੈ ਅਤੇ ਲਾਲ ਭੂਰੇ ਰੰਗ ਦੀ ਵੀ ਹੋ ਸਕਦੀ ਹੈ। ਇਸ ਦੇ ਜੋ ਪ੍ਰਮੁੱਖ ਲੱਛਣ ਹਨ, ਇਸ ਦਾ ਸਰੀਰ ਦਰਮਿਆਨਾ, ਮੱਥਾ ਜ਼ਿਆਦਾ ਚੌੜਾ ਹੁੰਦਾ ਹੈ, ਅੱਖਾਂ ਚਮਕਦਾਰ ਹੁੰਦੀਆਂ ਹਨ, ਸਿੰਗ ਮੋਟੇ ਅਤੇ ਭਾਰੀ ਹੁੰਦੇ ਹਨ। ਇਸ ਨਸਲ ਦਾ ਲੇਵਾ ਅਤੇ ਪਿੱਛੇ ਤੋਂ ਪਸ਼ੂ ਭਾਰਾ ਹੁੰਦਾ ਹੈ। ਇਹ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਨਸਲ ਉੱਪਰ ਤੋਂ ਵੀ ਇਸ ਦੇ ਮਾਸ ਅਤੇ ਫੈਟ 4.9% ਹੁੰਦੀ ਹੈ। ਇਸ ਨਸਲ ਦੇ ਬਲਦ ਵੀ ਖੇਤੀਬਾੜੀ ਦੇ ਕੰਮਾਂ ਲਈ ਵਰਤੇ ਜਾਂਦੇ ਹਨ। ਇਸ ਨਸਲ ਦੇ ਬਲਦ ਢੋਆ ਢੁਆਈ ਦੇ ਕੰਮਾਂ ਵਿੱਚ ਜ਼ਿਆਦਾ ਵਰਤੇ ਜਾਂਦੇ ਹਨ ਕਿਉਂਕਿ ਢੋਆ ਢੁਆਈ ਦੇ ਕੰਮਾਂ ਵਿੱਚ ਇਸ ਨਸਲ ਦੇ ਬਲਦ ਤੇਜ਼ ਹੁੰਦੇ ਹਨ। ਇਸ ਤੋਂ ਅੱਗੇ ਨਸਲ ਆ ਜਾਂਦੀ ਹੈ ਲਾਲ ਸਿੰਧੀ। ਇਸ ਲਾਲ ਸਿੰਧੀ ਨਸਲ ਦਾ ਮੂਲ ਸਥਾਨ ਪਾਕਿਸਤਾਨ ਵਿੱਚ ਸਥਿਤ ਕਰਾਚੀ ਇਲਾਕਾ ਹੈ। ਇਸ ਨਸਲ ਦਾ ਰੰਗ ਜ਼ਿਆਦਾ ਗੂੜ੍ਹਾ ਲਾਲ ਹੁੰਦਾ ਹੈ, ਇਸ ਲਈ ਇਸ ਨੂੰ ਲਾਲ ਸਿੰਧੀ ਕਿਹਾ ਜਾਂਦਾ ਹੈ। ਇਸ ਦੇ ਮੱਥੇ ਉੱਪਰ ਚਿੱਟਾ ਚਟਾਕ ਹੋ ਸਕਦਾ ਹੈ। ਇਸ ਦਾ ਸਰੀਰ ਦਰਮਿਆਨਾ, ਮੱਥਾ ਚੌੜਾ, ਸਿੰਗ ਛੋਟੇ ਅਤੇ ਮੋਟੇ ਹੁੰਦੇ ਹਨ। ਇਸ ਦੇ ਸਿੰਗ ਜ਼ਿਆਦਾ ਲੰਬੇ ਨਹੀਂ ਹੁੰਦੇ ਪਰੰਤੂ ਛੋਟੇ ਅਤੇ ਮੋਟੇ ਹੁੰਦੇ ਹਨ। ਇਸ ਦੀ ਚਮੜੀ ਢਿੱਲੀ ਅਤੇ ਲੱਤਾਂ ਛੋਟੀਆਂ ਹੁੰਦੀਆਂ ਹਨ। ਢਿੱਲੀ ਚਮੜੀ ਕਾਰਨ ਇਹ ਥੋੜ੍ਹੀ ਸੁਸਤ ਦਿਸਦੀ ਹੈ, ਇਸ ਲਈ ਇਸ ਨੂੰ ਕਦੇ ਕਦੇ ਲੋਲਾ ਨਸਲ ਵੀ ਕਿਹਾ ਜਾਂਦਾ ਹੈ। ਇਹ ਦੁੱਧ ਦੇਣ ਦੀ ਸਮਰੱਥਾ ਬਹੁਤ ਰੱਖਦੀ ਹੈ। ਇਸ ਦਾ ਇੱਕ ਸੂਏ ਦਾ ਔਸਤਨ ਦੁੱਧ 1840 ਲੀਟਰ ਅਤੇ ਫੈਟ 4.5% ਹੁੰਦੀ ਹੈ। ਇਸ ਨਸਲ ਦੇ ਬਲਦ ਢੋਆ ਢੁਆਈ ਦੇ ਕੰਮਾਂ ਲਈ ਕਾਫੀ ਤਾਕਤਵਰ ਹੁੰਦੇ ਹਨ। ਇਸ ਤੋਂ ਅੱਗੇ ਨਸਲ ਆ ਜਾਂਦੀ ਹੈ ਥਰਪਾਰਕਰ। ਇਹ ਨਸਲ ਰਾਜਸਥਾਨ ਦੇ ਮਾਰਵਾੜ ਇਲਾਕੇ ਵਿੱਚ ਅਤੇ ਗੁਜਰਾਤ ਵਿੱਚ ਪਾਈ ਜਾਂਦੀ ਹੈ। ਇਸ ਦਾ ਰੰਗ ਸਫੈਦ ਜਾਂ ਸਲੇਟੀ ਹੁੰਦਾ ਹੈ। ਇਹ ਜ਼ਿਆਦਾਤਰ ਦੇਖਣ ਵਿੱਚ ਹਰਿਆਣਾ ਨਸਲ ਵਾਂਗ ਸਫੈਦ ਲੱਗਦੀ ਹੈ, ਪਰ
ਹਰਿਆਣਾ ਨਸਲ ਨਾਲੋਂ ਇਸ ਨਸਲ ਦਾ ਥੋੜ੍ਹਾ ਫਰਕ ਹੈ। ਇਸ ਦਾ ਸਰੀਰ ਦਰਮਿਆਨਾ, ਛੋਟੀਆਂ ਤਕੜੀਆਂ ਲੱਤਾਂ, ਲੰਮੀ ਵੇਲ ਅਤੇ ਸਿੰਗਾਂ ਦਰਮਿਆਨ ਚੌੜੀ ਜਗ੍ਹਾ ਹੁੰਦੀ ਹੈ। ਆਮ ਤੌਰ 'ਤੇ ਛੋਟੀ ਉਮਰ ਦੇ ਜਾਨਵਰਾਂ ਵਿੱਚ ਰੀੜ੍ਹ ਦੀ ਹੱਡੀ ਉੱਪਰ ਸਫੈਦ ਜਾਂ ਸਲੇਟੀ ਲਕੀਰ ਹੁੰਦੀ ਹੈ। ਜੇਕਰ ਇਹ ਨਸਲ ਸਲੇਟੀ ਰੰਗ ਦੀ ਹੋਵੇ ਤਾਂ ਛੋਟੀ ਉਮਰ ਦੇ ਜਾਨਵਰਾਂ ਵਿੱਚ ਰੀੜ੍ਹ ਦੀ ਹੱਡੀ ਉੱਪਰ ਸਫੈਦ ਇੱਕ ਸੂਏ ਦਾ ਔਸਤਨ ਦੁੱਧ 1749 ਲੀਟਰ ਅਤੇ ਫੈਟ 4.8% ਹੁੰਦੀ ਹੈ। ਇਸ ਦਾ ਇੱਕ ਸੂਏ ਦਾ ਔਸਤਨ ਦੁੱਧ ਹਰਿਆਣਾ ਨਸਲ ਨਾਲੋਂ ਜ਼ਿਆਦਾ ਹੁੰਦਾ ਹੈ ਅਤੇ ਉਸ ਨਾਲੋਂ ਫੈਟ ਵੀ ਜ਼ਿਆਦਾ ਹੁੰਦੀ ਹੈ। ਇਸ ਨਸਲ ਦੇ ਬਲਦ ਖੇਤੀਬਾੜੀ ਦੇ ਕੰਮਕਾਰ ਵਿੱਚ ਉੱਤਮ ਹੁੰਦੇ ਹਨ। ਇਸ ਨਸਲ ਨੂੰ ਖੇਤੀਬਾੜੀ ਵਿੱਚ ਢੋਆ ਢਵਾਈ ਅਤੇ ਵਾਹ ਵਹਾਈ ਦੇ ਕੰਮਾਂ ਲਈ ਇਸ ਨਸਲ ਦੇ ਬਲਦ ਵਰਤੇ ਜਾਂਦੇ ਹਨ। ਇਹ ਸਾਡੀਆਂ ਦੇਸੀ ਗਾਵਾਂ ਸਨ ਜੋ ਕਿ 5 ਨਸਲਾਂ ਪਾਈਆਂ ਜਾਂਦੀਆਂ ਹਨ। ਹੁਣ ਅਸੀਂ ਗਾਵਾਂ ਦੀਆਂ ਵਿਦੇਸ਼ੀ ਨਸਲਾਂ ਬਾਰੇ ਪੜ੍ਹਾਂਗੇ ਜੋ ਕਿ ਭਾਰਤ ਵਿੱਚ ਪਾਲੀਆਂ ਜਾਂਦੀਆਂ ਹਨ। ਸਭ ਤੋਂ ਪਹਿਲੀ ਨਸਲ ਹੈ ਹੋਲਸਟੀਨ ਫਰੀਜ਼ੀਅਨ। ਇਹ ਨਸਲ ਦੁਨੀਆ ਦੀ ਸਭ ਤੋਂ ਵੱਧ ਦੁੱਧ ਦੇਣ ਵਾਲੀ ਨਸਲ ਹੈ। ਇਸ ਦਾ ਪਹਿਲਾ ਮੂਲ ਸਥਾਨ ਹਾਲੈਂਡ ਹੈ, ਪਰ ਹਾਲੈਂਡ ਤੋਂ ਚੰਗੀ ਦੁੱਧ ਦੀ ਪੈਦਾਵਾਰ ਕਾਰਨ ਇਹ ਸਾਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਫੈਲ ਗਈ ਹੈ। ਇਹ ਗਾਵਾਂ ਸਰੀਰ ਦੀਆਂ ਸਭ ਤੋਂ ਭਾਰੀਆਂ ਹੁੰਦੀਆਂ ਹਨ ਅਤੇ ਸਭ ਤੋਂ ਜ਼ਿਆਦਾ ਦੁੱਧ ਦਿੰਦੀਆਂ ਹਨ। ਇਸ ਨਸਲ ਦਾ ਰੰਗ ਕਾਲਾ ਜਾਂ ਸਫੈਦ ਹੋ ਸਕਦਾ ਹੈ। ਜੇਕਰ ਰੰਗ ਸਫੈਦ ਹੋਵੇ ਤਾਂ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਜੇਕਰ ਰੰਗ ਕਾਲਾ ਹੋਵੇ ਤਾਂ ਇਸ ਉੱਪਰ ਸਫੈਦ ਰੰਗ ਦੇ ਧੱਬੇ ਹੁੰਦੇ ਹਨ। ਇਸ ਦਾ ਇੱਕ ਸੂਏ ਦਾ ਔਸਤਨ ਦੁੱਧ 6000 ਤੋਂ 6500 ਲੀਟਰ ਹੋ ਸਕਦਾ ਹੈ। ਇਸ ਤੋਂ ਜ਼ਿਆਦਾ ਵੀ ਹੋ ਸਕਦਾ ਹੈ। ਇਸ ਦੇ ਦੁੱਧ ਦੀ ਫੈਟ 3.5% ਹੁੰਦੀ ਹੈ। ਇਹ ਹੁਸ਼ਿਆਰਪੁਰ, ਰੋਪੜ ਅਤੇ ਗੁਰਦਾਸਪੁਰ ਦੇ ਨੀਮ ਪਹਾੜੀ ਇਲਾਕਿਆਂ ਨੂੰ ਛੱਡ ਕੇ ਸਾਰੇ ਪੰਜਾਬ ਵਿੱਚ ਦੋਗਲੀ ਨਸਲਕਸ਼ੀ ਲਈ ਵਰਤੀ ਜਾਂਦੀ ਹੈ। ਇਹ ਨਸਲ ਹੁਸ਼ਿਆਰਪੁਰ, ਰੋਪੜ ਅਤੇ ਗੁਰਦਾਸਪੁਰ ਵਿੱਚ ਇਸ ਲਈ ਨਹੀਂ ਰੱਖ ਸਕਦੇ ਕਿਉਂਕਿ ਇਸ ਦਾ ਸਰੀਰ ਭਾਰੀ ਹੈ ਅਤੇ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੋਪੜ ਥੋੜ੍ਹਾ ਪਹਾੜੀ ਏਰੀਆ ਹੈ। ਇਸ ਨੂੰ ਉਚਾਈ 'ਤੇ ਚੜ੍ਹਨ ਅਤੇ ਉਤਰਨ ਸਮੇਂ ਤਕਲੀਫ ਆਉਂਦੀ ਹੈ ਭਾਰੀ ਸਰੀਰ ਦੇ ਕਾਰਨ। ਇਸ ਲਈ ਇਹਨਾਂ ਜ਼ਿਲ੍ਹਿਆਂ ਤੋਂ ਇਲਾਵਾ ਬਾਕੀ ਮੈਦਾਨੀ ਇਲਾਕਿਆਂ ਵਿੱਚ ਇਹ ਰੱਖੀ ਜਾਂਦੀ ਹੈ। ਇਸ ਨਸਲ ਦਾ ਮੂਲ ਸਥਾਨ ਇੰਗਲੈਂਡ ਵਿੱਚ ਜਰਸੀ ਟਾਪੂ ਹੈ। ਇਹ ਗਾਵਾਂ ਦੀ ਸਭ ਤੋਂ ਛੋਟੇ ਕੱਦ ਵਾਲੀ ਨਸਲ ਹੈ। ਇਸ ਦਾ ਕੱਦ ਹੋਲਸਟੀਨ ਫਰੀਜ਼ੀਅਨ ਅਤੇ ਹੋਰ ਗਾਵਾਂ ਮੁਕਾਬਲੇ ਛੋਟਾ ਹੁੰਦਾ ਹੈ। ਜੇਕਰ ਕੱਦ ਛੋਟਾ ਹੈ ਤਾਂ ਇਸ ਦਾ ਮਤਲਬ ਇਸ ਦਾ ਸਰੀਰ ਵੀ ਹੌਲਾ ਹੋਵੇਗਾ। ਇਸ ਦਾ ਰੰਗ ਹਿਰਨੀ ਦੇ ਰੰਗ ਵਰਗਾ ਹੁੰਦਾ ਹੈ। ਇਸ ਵਿੱਚ ਸਫੈਦ ਚਟਾਕ ਹੋ ਸਕਦੇ ਹਨ। ਇਸ ਦਾ ਇੱਕ ਸੂਏ ਦਾ ਔਸਤਨ ਦੁੱਧ 4000 ਤੋਂ 4500 ਲੀਟਰ ਅਤੇ ਫੈਟ 5% ਹੁੰਦੀ ਹੈ। ਇਸ ਦਾ ਦੁੱਧ ਹੋਲਸਟੀਨ ਫਰੀਜ਼ੀਅਨ ਨਾਲੋਂ ਘੱਟ ਹੁੰਦਾ ਹੈ, ਪਰ ਇਸ ਦੇ ਦੁੱਧ ਦੀ ਫੈਟ HF ਨਸਲ ਨਾਲੋਂ ਜ਼ਿਆਦਾ ਹੁੰਦੀ ਹੈ। ਇਹ ਘੱਟ ਵਜ਼ਨ ਵਾਲੀ ਹੋਣ ਕਾਰਨ ਨੀਮ ਪਹਾੜੀ ਇਲਾਕਿਆਂ ਵਿੱਚ ਜਿਵੇਂ ਕਿ ਪੰਜਾਬ ਦੇ ਰੋਪੜ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਾਈ ਜਾਂਦੀ ਹੈ। ਇਸ ਦਾ ਸਰੀਰ ਥੋੜ੍ਹਾ ਹਲਕਾ ਹੁੰਦਾ ਹੈ। ਇਸ ਕਾਰਨ ਇਸ ਨੂੰ ਪਹਾੜੀ ਏਰੀਏ ਦੇ ਵਿੱਚ ਉਤਰਨ ਅਤੇ ਚੜ੍ਹਨ ਦੇ ਵਿੱਚ ਕੋਈ ਜ਼ਿਆਦਾ ਕਠਿਨਾਈ ਨਹੀਂ ਆਉਂਦੀ। ਇਸ ਲਈ ਇਹ ਪਹਾੜੀ ਏਰੀਏ ਰੋਪੜ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਜ਼ਿਆਦਾ ਪਾਈ ਜਾਂਦੀ ਹੈ। ਇਸ ਤੋਂ ਅੱਗੇ ਨਸਲ ਆ ਜਾਂਦੀ ਹੈ ਬਰਾਊਨ ਸਵਿਸ। ਇਸ ਨਸਲ ਦਾ ਮੂਲ ਸਥਾਨ ਸਵਿਟਜ਼ਰਲੈਂਡ ਹੈ। ਇਸ ਨਸਲ ਦਾ ਕੱਦ ਦਰਮਿਆਨਾ, ਰੰਗ ਹਲਕਾ ਜਾਂ ਗੂੜਾ ਭੂਰਾ ਹੁੰਦਾ ਹੈ। ਇਸ ਨੂੰ ਹੁਰਨੋਟਾ ਰੰਗ ਵੀ ਕਿਹਾ ਜਾਂਦਾ ਹੈ। ਇਹ ਇੱਕ ਸੂਏ ਵਿੱਚ ਔਸਤਨ 5200 ਤੋਂ 5400 ਲੀਟਰ ਦੁੱਧ ਦਿੰਦੀ ਹੈ ਅਤੇ ਇਸ ਦੇ ਦੁੱਧ ਦੀ ਫੈਟ 4% ਹੁੰਦੀ ਹੈ। ਇਸ ਦਾ ਸਰੀਰ ਦੇਖਣ ਵਿੱਚ ਬਿਲਕੁਲ ਸਿੱਧਾ ਹੁੰਦਾ ਹੈ। ਇਸ ਦੀ ਢੂਈ ਬਿਲਕੁਲ ਸਿੱਧੀ ਹੁੰਦੀ ਹੈ ਜੋ ਕਿ ਇਸ ਦੀ ਪਹਿਚਾਣ ਕਰਵਾਉਣ ਵਿੱਚ ਆਸਾਨੀ ਹੁੰਦੀ ਹੈ। ਇਸ ਤੋਂ ਅੱਗੇ ਨਸਲ ਆ ਜਾਂਦੀ ਹੈ ਰੈੱਡ ਡੇਨ। ਇਸ ਨਸਲ ਦਾ ਮੂਲ ਸਥਾਨ ਡੈਨਮਾਰਕ ਹੈ। ਇਹ ਨਸਲ ਦਰਮਿਆਨੇ ਤੋਂ ਭਾਰੇ ਸਰੀਰ ਵਾਲੀ ਹੁੰਦੀ ਹੈ ਅਤੇ ਗੂੜ੍ਹੇ ਲਾਲ ਰੰਗ ਦੀ ਹੁੰਦੀ ਹੈ। ਇਸ ਨਸਲ ਦਾ ਇੱਕ ਸੂਏ ਦਾ ਔਸਤਨ ਦੁੱਧ 4500 ਤੋਂ 5500 ਲੀਟਰ ਹੁੰਦਾ ਹੈ ਅਤੇ ਜ਼ਿਆਦਾ ਵੱਡਾ ਹੁੰਦਾ ਹੈ ਅਤੇ ਲਟਕ ਕੇ ਧਰਤੀ ਦੇ ਨੇੜੇ ਪਹੁੰਚਦਾ ਹੈ ਜਾਂ ਥੱਲੇ ਟੱਚ ਕਰਦਾ ਹੈ, ਜਿਸ ਕਾਰਨ ਇਸ ਦੀਆਂ ਲੇਵੇ ਦੀਆਂ ਬਿਮਾਰੀਆਂ ਵੀ ਕਾਫੀ ਸਾਹਮਣੇ ਆਉਂਦੀਆਂ ਹਨ ਅਤੇ ਜਦੋਂ ਪਸ਼ੂ ਬੁੱਢਾ ਹੋ ਜਾਂਦਾ ਹੈ ਉਸ ਨਾਲ ਵੱਡੇ ਲੇਵੇ ਕਾਰਨ ਬਿਮਾਰੀ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਜਿਸ ਕਾਰਨ ਇਹ ਨਸਲ ਹੁਣ ਜ਼ਿਆਦਾ ਨਹੀਂ ਵਰਤੀ ਜਾਂਦੀ। ਪਰ ਇਸ ਨਸਲ ਦਾ ਦੁੱਧ 4500 ਤੋਂ 5500 ਲੀਟਰ ਹੁੰਦਾ ਹੈ
ਦੁੱਧ ਦੇਣ ਲਈ ਇਹ ਗਾਂ ਬਹੁਤ ਵਧੀਆ ਹੈ। ਉਮੀਦ ਹੈ ਕਿ ਇਹ ਜੋ ਮੈਂ ਜਾਣਕਾਰੀ ਦਿੱਤੀ ਹੋਵੇਗੀ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗੀ ਹੋਵੇਗੀ ਅਤੇ ਪਸੰਦ ਆਈ ਹੋਵੇਗੀ। ਮੇਰੇ ਵੱਲੋਂ ਸਾਰਿਆਂ ਦਾ ਧੰਨਵਾਦ।